ਕੌਲਾ ਬਪਾਰੀ ਸੰਤੀ ਛਲੀ ਕੌਲਾ ਬਪਾਰੀ ਸੰਤੀ ਛਲੀ
जाई, वहाँ की महिमा कथन न जाई, वहाँ की महिमा कथन न जाई, वहाँ की महिमा कथन न जाई। सूरवीर वचन के बली, वचन के बली, कौलाब परी संति चली, कौलाब परी संति चली, सूरवीर वचन के बली, सूरवीर वचन के बली। संत रहत सुनो मेरे भाई, सुनो मेरे भाई, वहाँ की महिमा कथन न जाए, वहाँ की महिमा कथन न जाए। संत रहत सुनो मेरे भाई, परम सम्मान जो गुरु प्यारी गुरु सवारी खालसा रूप प्यारी साध संगत जी, उहाँ की महिमा कथन न जाए। अज मेरे साहब श्री गुरु तेग बहादुर महाराज जी त्याग दी मूरत, पर उपकार दी मूरत, प्यार दी मूरत, संसार नूं नानक निरंकार दे नाम दियां बरकतां वंडण वाले निरंकार रूप तीसरे साहब तीसरे दिन नाल शहादतां दे जाम पीण वाले महान शहीद दीवान भाई मती दास जी, दीवान भाई सती दास जी, दीवान भाई दयाल दास जी, जिन्हां दियां शहादतां नूं समर्पित अज दे दीवान दी आरंभता अज उन्हां दे पावन शहीदी पुरब नूं कोटान कोटान प्रणाम करन वास्ते गुरु ग्रंथ साहिब जी दे दर्शन करके उन्हां दी इतिहास, उन्हां दा विचार, बाणी कीर्तन दी कसौटी जो गुरां ने हुक्म कीता आरंभता, मरण मुणसा सूरियां हक है जो होए मरण परवान। क्योंकि ਜਿਹੜੇ ਸੂਰਮੇ ਹੋਇਆ ਕਰਦੇ ਹਨ, ਜਿਹੜੇ ਸੰਸਾਰ ਤੇ ਪਰ ਉਪਕਾਰ ਕਰਨ ਆਉਂਦੇ ਹਨ, ਉਹਨਾਂ ਦਾ ਮਰਨਾ ਹੱਕ ਹੁੰਦਾ ਹੈ। ਤੇ ਗੁਰੂ ਪਿਆਰਿਓ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਉਹ ਐਸੀ ਮਰਨੀ ਮਰ ਜਾਂਦੇ ਨੇ, ਉਹ ਮਰ ਕੇ ਵੀ ਜਿਉਂਦੇ ਹਨ। ਤੇ ਗੁਰੂ ਪਿਆਰੀ ਸਾਧ ਸੰਗਤ, ਸ਼ਹਾਦਤਾਂ ਦੇ ਜਾਮ ਕੀਤਿਆਂ ਕਿੰਨੀਆਂ ਸਦੀਆਂ ਗੁਜ਼ਰ ਗਈਆਂ ਨੇ,
ਅੱਜ ਵੀ ਸੰਸਾਰ ਦੀ ਦੁਨੀਆ, ਅੱਜ ਵੀ ਸੰਸਾਰ ਦੇ ਲੋਕ ਉਹਨਾਂ ਦੀ ਪੂਜਾ ਕਰ ਰਹੇ ਹਨ। ਤੇ ਗੁਰੂ ਪਿਆਰੀ ਸਾਧ ਸੰਗਤ, ਸੰਤ ਰਹਿਤ ਸੁਣੋ ਮੇਰੇ ਭਾਈ, ਜਿਹੜਾ ਸ਼ਬਦ ਆਰੰਭ ਹੋਇਆ, ਪਹਿਲੇ ਸ਼ਬਦ ਅੰਦਰ ਦਰਗਹਿ ਪਾਵੈ ਸਾਚੀ ਮਾਣੋ। ਉਹ ਦਰਗਾਹ ਦੇ ਵਿੱਚ ਸੱਚਾ ਮਾਣ ਪ੍ਰਾਪਤ ਕਰਦੇ ਨੇ, ਲੋਕ ਤੇ ਪਰਲੋਕ ਵਿੱਚ ਸੱਚਾ ਮਾਣ ਪ੍ਰਾਪਤ ਕਰਦੇ ਹਨ। ਪਰ ਉਪਕਾਰ ਦੀ ਮੂਰਤ, ਜਿਨ੍ਹਾਂ ਨੂੰ ਉਸ ਸਮੇਂ ਦੇ ਕੁਝ ਵਿਦਵਾਨਾਂ ਨੇ ਕੇਵਲ ਤੇ ਕੇਵਲ ਹਿੰਦ ਦੀ ਚਾਦਰ ਲਿਖਿਆ, ਪਰੰਤੂ ਜਿਹੜੇ ਸਹੀ ਵਿਦਵਾਨ ਪੁਰਸ਼, ਔਰ ਇਹ ਕੇਵਲ ਤੇ ਕੇਵਲ ਕੁਝ ਦਾਇਰੇ ਤੱਕ ਲੋਕ ਸਨ ਜਿਨ੍ਹਾਂ ਨੇ ਹਿੰਦ ਦੀ ਚਾਦਰ ਲਿਖਿਆ, ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਿੰਦ ਦੀ ਚਾਦਰ ਨੇ, ਉਹ ਸ੍ਰਿਸ਼ਟੀ ਦੀ ਚਾਦਰ ਨੇ, ਉਹ ਧਰਮ ਦੀ ਚਾਦਰ ਨੇ। ਤੇ ਗੁਰੂ ਪਿਆਰੀ ਸਾਧ ਸੰਗਤ, ਹੋਰ ਵੀ ਕੋਈ ਧਰਮ ਆ ਜਾਂਦਾ, ਇਹ ਤਾਂ ਕੇਵਲ ਹਿੰਦ ਤੱਕ ਸੀਮਤ ਰਹਿ ਗਿਆ ਨਾ, ਹਿੰਦੂ ਧਰਮ ਵਾਸਤੇ ਨਹੀਂ। ਜੇ ਕਦੀ ਉਸ ਸਮੇਂ ਇਹ ਔਰੰਗਜ਼ੇਬ ਨੂੰ ਮਹਾਰਾਜ ਨੇ ਬਚਨ ਕੀਤੇ, ਜਦੋਂ ਉਹਨਾਂ ਨਾਲ ਬਚਨ ਹੋਏ, ਕਹਿਣ ਲੱਗੇ ਜੇ ਤੇਰੀ ਥਾਂ ਤੇ ਕੋਈ ਹਿੰਦੂ ਰਾਜਾ ਇਸ ਸਮੇਂ ਹਿੰਦੁਸਤਾਨ ਤੇ ਤਾਕਤਵਰ ਹੁੰਦਾ ਜਾਂ ਰਾਜ ਭਾਗ ਕਰ ਰਿਹਾ ਹੁੰਦਾ, ਤੇ ਤੂੰ ਤੁਹਾਡੇ ਮੁਸਲਮਾਨਾਂ ਤੇ ਜ਼ੁਲਮ ਹੋ ਰਿਹਾ ਹੁੰਦਾ, ਗੁਰੂ ਨਾਨਕ ਦੀ ਸ਼ਰਨ ਆਉਂਦੇ ਤੇ ਮੈਂ ਤੁਹਾਡੇ ਵਾਸਤੇ ਵੀ ਕੁਰਬਾਨੀ ਦੇਣ ਨੂੰ ਤਿਆਰ ਸੀ। ਹਾਲੇ ਕਿ ਮੇਰਾ ਨਾ ਹਿੰਦੂ ਧਰਮ ਦੇ ਨਾਲ ਨਾ ਮੁਸਲਮਾਨ ਦੇ, ਇਹ ਤੇ ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾ ਦਿਸੈ ਬਾਹਰਾ ਜੀਓ। ਇਹ ਗੁਰੂ ਨਾਨਕ ਦਾ ਧਰਮ ਤੇ ਸਾਰਿਆਂ ਦਾ ਸਾਂਝਾ ਧਰਮ ਹੈ। ਪੂਰੀ ਸ੍ਰਿਸ਼ਟੀ, ਪੂਰੀ ਮਨੁੱਖਤਾ ਵਾਸਤੇ ਗੁਰੂ ਨਾਨਕ ਦਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼, ਚੌਂ ਵਰਨਾ ਕੋ ਸਾਂਝਾ, ਇਹ ਤੇ ਸਾਂਝਾ ਉਪਦੇਸ਼ ਹੈ, ਤੇ ਮੈਂ ਕੇਵਲ ਉਹਨਾਂ ਵਾਸਤੇ। ਇਸ ਕਰਕੇ ਹਿੰਦ ਦੀ ਚਾਦਰ ਨਹੀਂ, ਉਹ ਤੇ ਸ੍ਰਿਸ਼ਟੀ ਤੇ ਧਰਮ ਦੀ ਚਾਦਰ ਨੇ ਸਹੀ ਮਾਇਨਿਆਂ 'ਚ, ਜਿਨ੍ਹਾਂ ਨੇ ਆਪਣੀ ਸ਼ਹਾਦਤਾਂ ਦੀ ਚਾਦਰ ਵਿਛਾ ਕੇ ਇਹਨੂੰ ਢੱਕ ਲਿਆ। ਹੁਣ ਇੱਥੇ ਬਚਨ ਦੂਜਾ ਸ਼ਬਦ ਜਿਹੜਾ ਆਰੰਭ ਹੋਇਆ ਹੈ, ਸੂਰਬੀਰ ਬਚਨ ਕੇ ਬਲੀ, ਜਿਹੜਾ ਬਚਨ ਕਰ ਦਿੰਦੇ ਨੇ, ਉਹ ਪਗਾਉਂਦੇ ਨੇ, ਉਹਨਾਂ ਦਾ ਚਾਹੇ ਪਰਿਵਾਰ ਸਾਰਾ ਹੀ ਕਿਉਂ ਨਾ ਲੇਖੇ ਵਿੱਚ ਲੱਗ ਜਾਵੇ। ਤੇ ਗੁਰੂ ਪਿਆਰਿਓ, ਫਿਰ ਗੁਰੂ ਦੀ ਬਾਣੀ ਕੀ ਕਹਿ ਰਹੀ, ਗੁਰੂ ਅਰਜਨ ਪਾਤਸ਼ਾਹ ਜੀ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਆਪਾਂ ਉਹਨਾਂ ਦੀ ਮਹਿਮਾ ਕੀ ਕਥਨ ਕਰ ਸਕਦੇ ਹਾਂ, ਕੀ ਬਿਆਨ ਕਰ ਸਕਦੇ ਹਾਂ। ਜਿੰਨੀਆਂ ਵੱਡੀਆਂ ਸ਼ਹਾਦਤਾਂ, ਜਿੰਨੇ ਪਰ ਉਪਕਾਰ, ਗੁਰੂ ਪਿਆਰੀ ਸਾਧ ਸੰਗਤ ਦੀ ਜ਼ਬਾਨ ਗਿਣ ਨਹੀਂ ਸਕਦੀ। ਇੱਕ ਸ਼ਾਇਰ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਬਤ ਲਿਖਿਆ, ਦਸਵੇਂ ਪਿਤਾ ਦੀਆਂ ਦਸਾਂ ਕੀ ਕਹਾਣੀਆਂ, ਨਿੱਕੀ ਜੀ ਜ਼ਬਾਨ ਕੋਲੋਂ ਗਿਣੀਆਂ ਨਹੀਂ ਜਾਣੀਆਂ। ਤੇ ਗਿਣਤੀ ਮਿਣਤੀ ਦੇ ਵਿੱਚ ਨੇ। ਊਚ ਅਗੰਮ ਅਪਾਰ ਸੁਆਮੀ, ਅਪਾਰ ਮੀਨਸ ਹੁੰਦਾ ਜਿਹੜਾ ਕਿਸੇ ਗਿਣਤੀ ਮਿਣਤੀ ਤੋਲ ਨਾਪ ਦੇ ਵਿੱਚ ਨਾ ਹੋਵੇ। ਅਪਾਰ ਸ਼ਬਦ ਦੇਖਣ ਨੂੰ ਛੋਟਾ ਜਿਹਾ ਲੱਗਦਾ ਹੈ, ਉਹਦਾ ਮਾਇਨੇ ਜਦੋਂ ਤੁਸੀਂ ਦੇਖਦੇ ਹੋ ਤਾਂ ਉਹ ਕਿਸੇ ਨਾ ਨਾਪ ਤੋਲ ਦੇ ਵਿੱਚ, ਨਾ ਗਿਣਤੀ ਨਾ ਮਿਣਤੀ ਵਿੱਚ, ਬੇਅੰਤ ਅਪਾਰ ਉਹ ਹੈ ਅਕਾਲ ਪੁਰਖ ਵਾਹਿਗੁਰੂ ਰੂਪ ਗੁਰੂ ਨਾਨਕ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਜਦੋਂ ਤੁਸੀਂ ਪਰ ਉਪਕਾਰ ਸ਼ਬਦ ਦਾ ਸੰਧੀ ਛੇਦ ਕਰੋਗੇ, ਇਹ ਤਿੰਨ ਸ਼ਬਦਾਂ ਨੂੰ ਜੋੜ ਕੇ ਬਣਿਆ ਪਰ ਪਲੱਸ ਉਪ ਪਲੱਸ ਕਾਰ। ਕਾਰ ਦਾ ਮਤਲਬ ਹੈ ਕੰਮਕਾਰ ਸਾਰੀ ਦੁਨੀਆ ਕਰਦੀ, ਆਪਣੇ ਵਾਸਤੇ ਕਰਦੀ। ਉਪਕਾਰ ਦਾ ਮਤਲਬ ਹੈ ਭਲਾ ਕਰਨਾ, ਉਹਦੇ ਵਿੱਚ ਜੇ ਚ ਸਾਡਾ ਵੀ ਕੋਈ ਨਾ ਕੋਈ ਫਾਇਦਾ ਹੋਵੇ। ਪਰੰਤੂ ਜਦੋਂ ਇਹਦੇ ਚ ਪਲੱਸ ਪਰ ਲੱਗ ਜਾਂਦਾ ਹੈ, ਉਹਦੇ ਵਿੱਚ ਰੰਚਕ ਮਾਤਰ ਸਾਡਾ ਕੋਈ ਵੀ ਸੰਬੰਧ ਨਹੀਂ, ਕੋਈ ਸਾਡਾ ਉਹਦੇ ਚ ਫਾਇਦਾ ਨਹੀਂ, ਕੋਈ ਸਾਡਾ ਸਵਾਰਥ ਨਹੀਂ, ਉਹਨੂੰ ਕਹਿੰਦੇ ਨੇ ਪਰ ਉਪਕਾਰ। ਉਹ ਪਰ ਉਪਕਾਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਨ੍ਹਾਂ ਦੀ ਸ਼ਹਾਦਤ ਨੂੰ ਅੱਜ ਆਪਾਂ ਦੀਵਾਨ ਵਿੱਚ ਜੁੜ ਕੇ ਗੁਰਬਾਣੀ ਕੀਰਤਨ ਵਿੱਚ ਜੁੜੇ। ਸਾਹਿਬ ਜੀ ਦਾ ਪ੍ਰਕਾਸ਼ 1621 ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ, ਗੁਰੂ ਕੇ ਮਹਿਲ। ਤੁਸੀਂ ਜਦੋਂ ਜਾਓ ਦਰਬਾਰ ਸਾਹਿਬ, ਗੁਰੂ ਕੇ ਮਹਿਲ, ਜਿੱਥੇ ਮਹਾਰਾਜ ਦਾ ਘਰ ਗੁਰੂ ਰਾਮਦਾਸ ਮਹਾਰਾਜ ਜੀ ਜਿੱਥੇ ਵਸੇ, ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀ ਤੇ ਗੁਰੂ ਪਿਆਰੀ ਸਾਧ ਸੰਗਤ, ਜਿੱਥੇ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਦਾ ਪਰਿਵਾਰ, ਉਹ ਗੁਰੂ ਦੇ ਮਹਿਲ, ਉੱਥੇ ਪਾਵਨ ਪਵਿੱਤਰ ਮਾਤ ਨਾਨਕੀ ਜੀ
ਸਿੱਖ ਧਰਮ ਦੇ ਵਿੱਚ 2 ਨਾਨਕੀ ਸ਼ਬਦ ਆਉਂਦੇ ਨੇ। ਜਿੱਥੇ ਬੇਬੇ ਨਾਨਕੀ ਆਵੇਗੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ, ਤੇ ਜਿੱਥੇ ਮਾਤਾ ਨਾਨਕੀ ਆਵੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਜੀ ਹੋਣਗੇ। ਉਹਨਾਂ ਦੀ ਪਾਵਨ ਕੁੱਖ ਤੋਂ ਤੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ 4 ਭਰਾ ਸਨ। ਵੱਡੇ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਦਾ ਪ੍ਰਕਾਸ਼ ਭਾਈ ਕੀ ਡਰੌਲੀ ਹੋਇਆ, ਵੱਡੇ ਸੁਪੁੱਤਰ ਮਾਤਾ ਦਮੋਦਰੀ ਜੀ ਦੀ ਕੁੱਖ ਚੋਂ। ਦੂਜੇ ਅਣੀ ਰਾਏ ਜੀ, ਸੂਰਜਮਲ ਜੀ ਤੇ ਬਾਬਾ ਅਟਲ ਰਾਏ ਜੀ। ਦੇਖੋ ਕਿੱਡੀ ਵੱਡੀ ਬਖਸ਼ਿਸ਼। ਜਿੱਥੇ ਹੁਣ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਬਾਬਾ ਜੀ ਦਾ ਬੁੰਗਾ ਬਣਿਆ ਹੋਇਆ, ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਉੱਥੇ ਲੰਗਰ ਪੱਕ ਕੇ, ਤੇ ਗੁਰੂ ਪਿਆਰਿਓ ਚਾਦਰ ਲੈ ਕੇ ਸੌਂ ਗਏ ਸਨ। ਅੱਜ ਵੀ ਉਹ ਥੜਾ ਬਣਿਆ ਹੋਇਆ। ਦੇਖੋ ਕੈਸੇ ਗੁਰਾਂ ਦੀ ਪ੍ਰਮਾਤਮਾ ਦੀ ਨਿਆਮਤ ਵਿੱਚ ਖਿਆਮਤ ਨਹੀਂ, ਕਿਉਂਕਿ ਜਦੋਂ ਬਾਲਪਨ ਦੇ ਵਿੱਚ ਖੇਡਦੇ ਹਨ ਤੇ ਜਿਵੇਂ ਇੱਕ ਦੂਜੇ ਦੀ ਵਾਰੀ ਹੁੰਦੀ ਹੈ, ਤੇ ਰਾਤ ਨੂੰ ਬੱਚੇ ਦੀ ਮੌਤ ਹੋ ਜਾਂਦੀ, ਸਵੇਰੇ ਉਹਦੀ ਵਾਰੀ ਸੀ। ਖੇਡਦਿਆਂ ਖੇਡਦਿਆਂ ਲੇਟ ਹੋ ਗਏ, ਤੇ ਗੁਰੂ ਦੇ ਸੁਪੁੱਤਰ ਇੰਨੀ ਪਾਵਰ ਦੇ ਮਾਲਕ, ਇੰਨੀ ਬਖਸ਼ਿਸ਼, ਇੰਨੀ ਭਗਤੀ ਜਨਮਾਂ ਦੀ, ਜਾ ਕੇ ਛੜੀ ਲਾਈ ਤੇ ਘਰ ਦੇ ਵਿੱਚ ਰੋਣ ਕਰਲਾਨ ਪਿਆ ਹੋਇਆ ਹੈ ਕਿ ਬਾਲਕ ਚੜ੍ਹਾਈ ਕਰ ਗਿਆ। ਤੇ ਬਾਬਾ ਅਟਲ ਰਾਏ ਜੀ ਆਪਣੇ ਹਾਣੀਆਂ ਨੂੰ ਨਾਲ ਲੈ ਕੇ ਪੁੱਜਦੇ ਨੇ, ਕਹਿੰਦੇ ਨਹੀਂ, ਇਹਨੇ ਤਾਂ ਇਹ ਖੇਡ ਰਿਹਾ ਸੀ, ਇਹਦੀ ਵਾਰੀ ਹੈ, ਇਹਨੇ ਮਿੱਟੀ ਦੇਣੀ, ਵਾਰੀ ਦੇਣੀ। ਜਾ ਕੇ ਛੜੀ ਲਾਈ, ਆਵਾਜ਼ ਮਾਰੀ ਤੇ ਬਾਲਕ ਉੱਠ ਪਿਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਬਖਸ਼ਿਸ਼। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ, ਬੁਲਾਇਆ। ਕੁਝ ਸਮੇਂ ਬਾਅਦ ਕਹਿਣ ਲੱਗੇ, ਨਹੀਂ, ਪਰਮਾਤਮਾ ਦੀ ਨਿਆਮਤ ਵਿੱਚ ਖਿਆਮਤ ਨਹੀਂ। ਇਸ ਤਰ੍ਹਾਂ ਤੇ ਦੁਨੀਆ ਦੀਆਂ ਲੈਣਾ ਲੱਗ ਜਾਣਗੀਆਂ ਸਾਡੇ ਕੋਲ। ਕਿੰਨੀਆਂ ਮੌਤਾਂ ਹੁੰਦੀਆਂ ਨੇ, ਵਾਹਿਗੁਰੂ ਦੇ ਹੁਕਮ 'ਚ ਜਾਣਾ ਹੈ। ਇਸ ਤਰ੍ਹਾਂ ਨਹੀਂ, ਹੁਣ ਉਹਨਾਂ ਦੀ ਥਾਂ ਤੇ ਜਾਂ ਤੇ ਸਾਨੂੰ ਜਾਣਾ ਪਵੇਗਾ ਜਾਂ ਤੁਸੀਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਬਾਬਾ ਅਟਲ ਜੀ ਉਸ ਅਸਥਾਨ ਤੇ ਸਮਾਧੀ ਚਿੱਤ ਹੋ ਕੇ ਚਾਦਰ ਲੈ ਕੇ ਪੈ ਗਏ। ਪ੍ਰਾਣ ਪੰਖੇਰੂ ਕਰ ਗਏ। ਆਪਣੀ ਉਮਰ ਉਹਨੂੰ ਬਖਸ਼ ਗਏ, ਆਪ ਚੜ੍ਹਾਈ ਕਰ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਗੁਰੂ ਨਾਨਕ ਦਾ ਘਰ। ਸ਼ਕਤੀਆਂ ਦੇ ਮਾਲਕ ਨੇ, ਪਰੰਤੂ ਮਾਰੇ ਨੇ ਕਰਾਮਾਤ ਦਿਖਾਉਣ ਨੂੰ ਕਹਿਰ ਮੰਨਿਆ। ਤਾਂ ਰਹੋ ਵਿਚਾਰ ਛੋਟੇ ਸਾਰਿਆਂ ਤੋਂ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਗੁਰੂ ਪਿਆਰੀ ਸਾਧ ਸੰਗਤ, ਪਵਿੱਤਰ ਧਰਤੀ ਅੰਮ੍ਰਿਤਸਰ ਦਰਬਾਰ ਸਾਹਿਬ ਗੁਰੂ ਕੇ ਮਹਿਲ ਸਾਹਿਬ ਦਾ ਪ੍ਰਕਾਸ਼ 1621 ਨੂੰ ਹੁੰਦਾ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਸਿੱਖਿਆ ਦਾ ਪ੍ਰਬੰਧ, ਪਿਆਰ ਤੇ ਗੰਭੀਰਤਾ ਦੇ ਵਿੱਚ ਰਹਿੰਦੇ ਹਨ। ਬਚਪਨ ਤੋਂ ਹੀ ਪਿਤਾ ਦੇ ਆਗਿਆਕਾਰੀ ਹਨ। ਸ਼ਸਤਰ ਵਿਦਿਆ, ਘੋੜ ਸਵਾਰੀ ਦੇ ਮਾਹਰ ਹੋਏ ਨੇ। ਤੇ ਬਚਪਨ ਦੇ ਵਿੱਚ ਜਦੋਂ ਗੁਰੂ ਪਿਆਰੀ ਸਾਧ ਸੰਗਤ ਬਾਲਕ ਨੇ ਨਾ, ਤੇ ਉਹਨਾਂ ਦੇ ਵੱਡੇ ਭਰਾਤਾ ਜੀ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੈ। ਦੇਖੋ ਤਿਆਗ ਦੀ ਮੂਰਤ, ਪਹਿਲਾਂ ਇਹਨਾਂ ਦਾ ਨਾਮ ਹੈ ਤਿਆਗ ਮੱਲ। ਤੇਗ ਬਹਾਦਰ ਇਹਨਾਂ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਦੋਂ ਰੱਖਿਆ? ਜਦੋਂ ਕਰਤਾਰਪੁਰ ਦੀ ਜੰਗ ਹੁੰਦੀ ਹੈ। 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀਆਂ। ਜਦੋਂ ਗੁਰੂ ਪਿਆਰੀ ਸਾਧ ਸੰਗਤ ਬਚਪਨ ਦੇ ਵਿੱਚ ਹਨ ਤੇ ਤਿਆਗਮਲ ਨਾਮ ਹੈ, ਤੇ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋ ਰਿਹਾ ਹੈ, ਸ਼ਾਦੀ ਹੋ ਰਹੀ, ਜੰਨ ਚੜੀ ਹੈ। ਬੜੇ ਹੀ ਪਿਆਰ ਦੇ ਨਾਲ ਸਾਰੇ ਅੰਮ੍ਰਿਤਸਰ ਦੇ ਵਿੱਚ ਚਹਿਲ ਪਹਿਲ ਹੈ, ਖੁਸ਼ੀਆਂ ਹਨ। ਤੇ ਮਾਤਾ ਨਾਨਕੀ ਜੀ ਨੇ ਬੜੀ ਸੁੰਦਰ ਸੋਹਣੀ ਪੋਸ਼ਾਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਹਿਨਾਈ ਕਿ ਭਰਾ ਦਾ ਵਿਆਹ ਹੈ। ਤੇ ਕੀਮਤੀ ਤੇ ਸੁੰਦਰ ਪੋਸ਼ਾਕ ਪਾ ਕੇ ਜੰਨ ਦੇ ਵਿੱਚ ਜਾ ਰਹੇ ਨੇ। ਸਾਰੇ ਦੇਖਣ ਆਉਂਦੇ ਨੂੰ ਜਦੋਂ ਬਰਾਤ ਚੜ੍ਹਦੀ ਹੈ ਉਸ ਸਮਿਆਂ ਦੌਰਾਨ। ਤੇ ਗੁਰੂ ਪਿਆਰੀ ਸਾਧ ਸੰਗਤ ਕੀ ਦੇਖਦੇ ਹਨ? ਦੇਖੋ ਤਿਆਗ ਕਿਵੇਂ ਹੈ, ਬਚਪਨ ਤੋਂ ਤਿਆਗ। ਇਹ ਜਿਹੜੇ ਗੁਰੂਆਂ ਦੀਆਂ ਸਾਖੀਆਂ, ਗੁਰੂਆਂ ਦੇ ਪਰਉਪਕਾਰ, ਗੁਰੂਆਂ ਦੇ ਇਤਿਹਾਸ, ਗੁਰੂਆਂ ਦੀਆਂ ਵਿਚਾਰਾਂ, ਇਹ ਕੇਵਲ ਸੁਣ ਕੇ ਉੱਥੇ ਛੱਡ ਦੇਣੀਆਂ ਜਾਂ ਉੱਥੇ ਤੱਕ ਨਹੀਂ ਰਹਿ ਜਾਣਾ। ਉਹਨਾਂ ਦੇ ਕੀਤੇ ਹੋਏ ਇਹ ਉਪਦੇਸ਼, ਉਹਨਾਂ ਦੇ ਕੀਤੇ ਹੋਏ ਖੁਦ ਦੀ ਕਮਾਈਆਂ, ਇਹਨਾਂ ਨੂੰ ਆਪਾਂ ਆਪਣੇ ਜੀਵਨ ਤੇ ਢਾਲਣਾ ਹੈ ਵੀ ਅਸੀਂ ਕਿਹੜੀ ਕਿਹੜੀ ਚੀਜ਼ ਦਾ ਤਿਆਗ ਕਰ ਸਕਦੇ ਹਾਂ।
ਅਸੀਂ ਜੋ ਕਰ ਸਕਦੇ ਹਾਂ ਉੱਥੇ ਤੱਕ ਅਸੀਂ ਨਿਗਾਹ ਮਾਰੀਏ ਵੀ ਵਾਹਿਗੁਰੂ ਨੇ ਇੰਨਾ ਕੁ ਸਾਨੂੰ ਬਖਸ਼ਿਆ, ਅਸੀਂ ਇਸ ਚੀਜ਼ ਦਾ ਤਿਆਗ ਕਰ ਸਕਦੇ ਹਾਂ। ਅਸੀਂ ਕੋਈ ਕੌੜੇ ਬੋਲਾਂ ਦਾ ਤਿਆਗ ਕਰ ਲਈਏ, ਅਸੀਂ ਕੋਈ ਈਗੋ ਹੰਕਾਰ ਦਾ ਤਿਆਗ ਕਰ ਲਈਏ, ਅਸੀਂ ਅੰਦਰ ਪਿਆਰ ਦੀ ਭਾਵਨਾ ਪੈਦਾ ਕਰੀਏ। ਰਹੋ ਵਿਚਾਰ ਰੱਖੋ ਸਤਨਾਮ ਸ਼੍ਰੀ ਵਾਹਿਗੁਰੂ ਕੀ ਮਹਿਮਾ ਕਥਨ ਨਾ ਜਾਏ, ਉਹਨਾਂ ਦੀ ਮਹਿਮਾ ਕਥੀ ਨਹੀਂ ਜਾ ਸਕਦੀ। ਤੇ ਜਦੋਂ ਸਾਰੇ ਬਾਲਕ ਬੱਚੇ ਆਏ ਨਾ, ਤੇ ਗੁਰੂ ਪਿਆਰੀ ਸਾਧ ਸੰਗਤ ਸੂਰਬੀਰ ਬਚਨ ਕੇ ਬਲੀ ਨਾ ਸ਼ਬਦ ਆਪਾਂ ਗਾਇਨ ਕਰਦੇ ਜਾਈਏ। ਵਰਤਣ ਜਾਂ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ। ਹੁਣ ਇੱਥੇ ਬਚਨ ਕਰਦੇ ਹਨ, ਪਰਉਪਕਾਰ ਕੌਣ ਕਰ ਸਕਦਾ, ਤਿਆਗ ਕੌਣ ਕਰ ਸਕਦਾ? ਮਿੱਤਰ ਸੱਤਰ ਜਾਂ ਕੇ ਏਕ ਸਮਾਨਾ, ਜਿਹਦੇ ਹਿਰਦੇ ਦੇ ਵਿੱਚ ਨਾ ਕੋਈ ਦੁਸ਼ਮਣ ਹੈ ਤੇ ਨਾ ਕੋਈ ਵੈਰੀ ਹੈ। ਵਿਸਰ ਗਈ ਸਭ ਤਾਤ ਪਰਾਈ, ਜਪ ਤੇ ਸਾਧ ਸੰਗਤ ਮੋਹਿ ਪਾਏ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਮਨ ਆਏ। ਜਦੋਂ ਤੁਸੀਂ ਸੰਗਤ ਕਰਦੇ ਹੋ, ਸਾਧ ਸੰਗਤ ਦੇ ਵਿੱਚੋਂ ਇਹ ਫਲ ਪ੍ਰਾਪਤ ਹੁੰਦਾ ਹੈ ਤੇ ਕੋਈ ਦੁਸ਼ਮਣ ਕੋਈ ਵੈਰੀ ਨਹੀਂ ਨਜ਼ਰ ਆਉਂਦਾ, ਸਭ ਆਪਣੇ ਹੀ ਆਉਂਦੇ ਨੇ। ਤੇ ਹੁਣ ਜਦੋਂ ਬਰਾਤ ਚੜੀ, ਸਾਰੇ ਦੇਖਣ ਆਏ, ਠੰਡ ਦਾ ਮੌਸਮ ਬੜਾ, ਸਰਦੀ ਬੜੀ, ਤੇ ਬੱਚੇ ਵੀ ਤੁਹਾਨੂੰ ਪਤਾ ਦੇਖਣ ਆਉਂਦੇ ਨੇ ਉਹ ਨਗਰਾਂ ਦੇ ਵਿੱਚ। ਉਦੋਂ ਜਦੋਂ ਬਰਾਤਾਂ ਚੜ੍ਹਦੀਆਂ, ਹੁਣ ਤੇ ਸਮੇਂ ਬਦਲ ਗਏ, ਤਾਂ ਗੁਰੂ ਪਿਆਰਿਓ ਇੱਕ ਸਰੀਰ ਤੇ ਕੋਈ ਕੱਪੜਾ ਨਹੀਂ, ਛੋਟਾ ਜਿਹਾ ਬਾਲਕ ਠੰਡ ਦੇ ਨਾਲ ਠਰੂ ਠਰੂ ਕਰ ਰਿਹਾ ਤੇ ਉਹ ਦੇਖ ਰਹੇ ਨੇ। ਤੇ ਬਰਾਤ ਦੇਖਣ ਆਏ ਬੱਚਿਆਂ ਦੇ ਵਿੱਚ, ਤਾਂ ਗੁਰੂ ਪਿਆਰੀ ਸਾਧ ਸੰਗਤ ਬਾਲਕ ਰੂਪ ਵਿੱਚ ਨੇ ਉਸ ਸਮੇਂ। ਤੇਗ ਬਹਾਦਰ ਮਹਾਰਾਜ ਜੀ, ਤਿਆਗ ਦੀ ਮੂਰਤ ਕਿਉਂ ਕਿਹਾ ਗਿਆ? ਤੇ ਗੁਰੂ ਪਿਆਰੇ ਜਦੋਂ ਨਿਗਾਹ ਪਈ ਉਸ ਬਾਲਕ ਤੇ ਉਹ ਜਿਹੜੀ ਮਾਂ ਨੇ ਬੜੇ ਚਾਵਾਂ ਨਾਲ, ਭਰਾ ਦਾ ਵਿਆਹ ਸੀ, ਸ਼ਾਹੀ ਤੇ ਕੀਮਤੀ ਪੁਸ਼ਾਕ ਪਾਈ ਸੀ, ਬਸਤਰ, ਉਹ ਲਾ ਕੇ ਉਸ ਬੱਚੇ ਦੇ ਪਹਿਨਾ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਮਾਤਾ ਨਾਨਕੀ ਜੀ ਦੀ ਨਿਗਾਹ ਪਈ ਪਰਿਵਾਰ ਦੀ, ਦੇਖਿਆ ਬਈ ਤਿਆਗ ਮੰਨਦੇ ਤੇ ਸਰੀਰ ਤੇ ਕੱਪੜੇ ਨਹੀਂ, ਲਾ ਕੇ ਇੰਨੀ ਸ਼ਾਹੀ ਫਰਾਕ ਕੇ ਪੁੱਛਿਆ ਕਿ ਉਹ ਬਾਲਕ ਠੰਡ ਦੇ ਨਾਲ ਥਰੂ ਥਰੂ ਕਰ ਰਿਹਾ ਸੀ। ਤੇ ਮੈਂ ਪੁੱਛਿਆ ਤੇਰੀ ਮਾਂ ਨੇ ਤੇਰੇ ਬਸਤਰ ਕਿਉਂ ਨਹੀਂ ਪਾਈ? ਜਿਵੇਂ ਬਾਲਕ ਇੱਕ ਦੂਜੇ ਨੂੰ ਪੁੱਛਦੇ ਨੇ। ਕਹਿਣ ਲੱਗਾ ਅਸੀਂ ਬੜੇ ਗਰੀਬ ਹਾਂ, ਕੱਪੜੇ ਹੈ ਨਹੀਂ ਸੀ। ਤਾਂ ਨਗੇਜ ਢੱਕਿਆ, ਤਿਆਗ ਕੀਤਾ। ਤੇ ਗੁਰੂ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਚਿਹਰਾ ਤੱਕਿਆ, ਮਾਤਾ ਨਾਨਕੀ ਜੋ ਕਹਿਣ ਲੱਗੇ, ਇਹਨੇ ਤੇ ਅੱਜ ਇੱਕ ਬਾਲਕ ਦਾ ਨਗੇਜ ਢੱਕਿਆ, ਕਿਸੇ ਸਮੇਂ ਇਹ ਪੂਰੇ ਸੰਸਾਰ, ਪੂਰੇ ਧਰਮ ਦਾ ਇਸੇ ਤਰ੍ਹਾਂ ਆਪਣੀ ਪਰਉਪਕਾਰ, ਆਪਣੀ ਕੁਰਬਾਨੀ ਕਰਕੇ
ਧਰਮ ਦੀ ਰੱਖਿਆ ਕਰਕੇ ਉਹਨਾਂ ਦਾ ਪਰਦਾ ਢੱਕੇਗਾ। ਆਖੋ ਸਤਨਾਮ ਸ੍ਰੀ ਇਹ ਵਾਹਿਗੁਰੂ। ਉਦੋਂ ਹੀ ਬਚਨ ਹੋ ਗਏ ਸਨ। ਤੇ ਪੁੱਛਿਆ ਮਾਤਾ ਨਾਨਕੀ ਨੇ, ਕਹਿਣ ਲੱਗੇ ਮਾਤਾ ਜੀ ਮੇਰੇ ਕੋਲ ਤੇ ਹੋਰ ਬਥੇਰੇ ਵਸਤਰ ਹਨ, ਮੈਂ ਤਾਂ ਉਹ ਪਾ ਲਾਂਗਾ। ਜਾ ਕੇ ਦੂਜੇ ਵਸਤਰ ਪਾਏ। ਕਹਿਣ ਲੱਗੇ ਇਹ ਗਰੀਬ, ਇਹਦੇ ਕੋਲ ਨਹੀਂ। ਦੇਖੋ ਇਹਨੂੰ ਕਹਿੰਦੇ ਤਿਆਗ ਦੀ ਮੂਰਤ। ਉਧਰੋਂ ਬਰਾਤ ਚੜ ਰਹੀ ਹੈ ਭਰਾ ਦੀ ਤੇ ਸੋਹਣੇ ਵਸਤਰ। ਹੁਣ ਆਪਾਂ ਇੱਥੇ ਦੇਖਣਾ ਵੀ ਅਸੀਂ ਇੱਥੇ ਕਿੰਨਾ ਸਾਡੇ ਅੰਦਰ ਇਹੋ ਜਿਹੇ ਗੁਣ ਕਿੰਨੇ ਅਸੀਂ ਤੇ ਇਹਨਾਂ ਸਾਡੇ ਕੀਤੇ ਹੋਏ ਸਮਾਗਮ, ਕੀਤੇ ਹੋਏ ਪ੍ਰਚਾਰ, ਕੀਤੇ ਹੋਏ ਗੁਰਬਾਣੀ ਦੇ ਸਮਾਗਮ, ਲੰਗਰ ਆਦਿਕ ਮਨਾਏ ਹੋਏ ਗੁਰਪੁਰਬ ਤਾਂ ਸਫਲੇ ਹੋਣੇ ਨੇ ਜੇ ਗੁਰੂਆਂ ਦਾ ਉਪਦੇਸ਼ ਕੋਈ ਆਪਾਂ ਆਪਣੇ ਹਿਰਦੇ 'ਚ ਵਸਾ ਕੇ ਉਹਦੇ ਤੇ ਚੱਲਣ ਦਾ ਯਤਨ ਕਰਦੇ ਆਪਾਂ। ਤੇ ਗੁਰੂ ਪਿਆਰੀ ਸਾਧ ਸੰਗਤ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਤੇ ਫਿਰ ਇਹੀ ਹੈ ਨਾ, ਜੇ ਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾ ਕੇ ਅੱਗੇ ਬਚਨ ਕਰਦੇ ਹਨ, ਮਿੱਤਰ ਸੱਤਰ ਜਾਂ ਕੇ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਫਿਰ ਜਦੋਂ ਕਰਤਾਰਪੁਰ ਦੀ ਜੰਗ 'ਚ ਮਹਾਰਾਜ ਨੇ ਤਲਵਾਰ ਦੇ ਜੌਹਰ ਦਿਖਾਏ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ 3 ਘੰਟੇ ਤੋਂ ਵੱਧ ਕੋਈ ਜੰਗ ਨਹੀਂ ਲੜੀ ਗਈ। ਚਾਰੇ ਜੰਗਾਂ ਦੇ ਵਿੱਚ ਫੈਸਲਾ ਹੋ ਗਿਆ, ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਰੀਰਕ ਪੱਖੋਂ ਇੰਨੇ ਬਲਵਾਨ ਸਨ। ਇੱਕ ਰੋਹੀਲਾ ਘੋੜਾ ਸੀ, ਇੱਕ ਹੋਰ ਸੀ, 3 ਘੋੜੇ ਸਨ ਮਹਾਰਾਜ ਦੇ। ਇੱਕ ਉਹਨਾਂ ਤੇ ਸਵਾਰ ਹੁੰਦੇ ਸੀ, ਸਿਰਫ 1 ਘੰਟੇ ਉਹ ਘੋੜਾ ਕੱਢ ਸਕਦਾ ਸੀ। ਦੂਜਾ 2 ਘੰਟੇ ਤੇ ਰੋਹੀਲਾ ਜਿਹੜਾ ਸੀ ਉਹ 3 ਘੰਟੇ। ਤੇ ਜੰਗ ਯੁੱਧ ਨੂੰ ਜਦੋਂ ਮਾਰੇ ਚਲਦੇ ਉਹ 3 ਘੰਟੇ ਵਾਲਾ ਜਿਹੜਾ ਸੀ ਉਹ ਘੋੜਾ ਲੈਂਦੇ। ਤੇ ਗੁਰੂ ਪਿਆਰੀ ਸਾਧ ਸੰਗਤ ਇੰਨੇ ਜੋਹਰ ਦਿਖਾਏ ਮਹਾਰਾਜ ਨੇ ਆ ਕੇ ਭਰੀ ਸੰਗਤ ਵਿੱਚ। ਕਹਿੰਦੇ ਨੇ ਤਿਆਗ ਮਲ ਨਹੀਂ, ਇਹ ਤੇਗ ਬਹਾਦਰ ਹੈ। ਅੱਜ ਤੋਂ ਬਾਅਦ ਇਹ ਤੇਗ ਬਹਾਦਰ ਹੈ, ਤੇਗ ਦਾ ਧਨੀ ਹੈ। ਸਮਾਂ ਬਣਿਆ, ਚਲਦੇ ਗਏ ਮਹਾਰਾਜ ਸੱਚੇ ਪਾਤਸ਼ਾਹ। ਹੁਕਮ ਹੋਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੜ੍ਹਾਈ ਕਰ ਗਏ, ਮੀਰੀ ਪੀਰੀ ਦੇ ਮਾਲਕ ਸਤਿਗੁਰ ਜੀ ਗੁਰੂ ਨਾਨਕ ਨਿਰੰਕਾਰ ਦੇ ਨਾਮ ਨੂੰ ਤੋਰਦੇ ਹੋਏ ਤੇ ਸ਼ੁਰੂ ਤੋਂ ਲੈ ਕੇ ਫਿਰ ਉਸ ਤੋਂ ਉਪਰੰਤ ਇਹਨਾਂ ਨੇ ਭਗਤੀ ਦੇ ਵਿੱਚ ਲਗਭਗ 27 ਸਾਲ ਦਾ ਸਮਾਂ ਜਦੋਂ ਹੁਕਮ ਹੋ ਗਿਆ ਤੇ ਪਹਿਲਾਂ ਪਵਿੱਤਰ ਧਰਤੀ ਤੇ ਸ਼੍ਰੀ ਲਾਲ ਚੰਦ ਜੀ ਉਹਨਾਂ ਦੀ ਸਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ ਸਤਿਗੁਰਾਂ ਦੀ ਸ਼ਾਦੀ ਹੁੰਦੀ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਮਾਤਾ ਨਾਨਕੀ ਨੂੰ ਹੁਕਮ ਕਰਦੇ ਨੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪ ਕੀਰਤਪੁਰ ਸਾਹਿਬ ਚਲੇ ਜਾਂਦੇ, ਕਹਿੰਦੇ ਤੁਸੀਂ ਬਾਬੇ ਬਕਾਲੇ ਚਲੇ ਜਾਓ। ਉੱਥੇ ਇਹਨਾਂ ਨੇ ਭਗਤੀ ਕਰਨੀ। ਮਾਰੇ ਨੂੰ ਪਤਾ ਸਮਾਂ ਆਉਣ ਤੇ ਇਹ ਗੁਰੂ ਨਾਨਕ ਦੀ 9ਵੀਂ ਜੋਤ ਦੇ ਵਾਰਸ ਬਣ ਗਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਗੁਰੂ ਹਰਰਾਏ ਸਾਹਿਬ ਜੀ ਨੂੰ ਗੱਦੀ ਦੇ ਕੇ ਗਏ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਛੋਟੇ ਸੁਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੱਦੀ ਬਖਸ਼ਿਸ਼ ਕੀਤੀ। ਤੇ ਗੁਰੂ ਪਿਆਰੀ ਸਾਧ ਸੰਗਤ ਹੁਣ ਇੱਥੇ ਇੱਕ ਹੋਰ ਵੀ ਇਤਿਹਾਸਕਾਰਾਂ ਨੇ ਬਚਨ ਕੀਤੇ ਨੇ। ਜਦੋਂ ਗੁਰੂ ਕੇ ਮਹਿਲ ਸਤਿਗੁਰ ਜੀ ਕੀਰਤਨ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚੋਂ ਆਏ, ਪਤਾ ਲੱਗਾ ਸਪੁੱਤਰ ਪੈਦਾ ਹੋਇਆ ਤੇ ਆ ਕੇ ਜਦੋਂ ਤੇਗ ਬਹਾਦਰ ਮਹਾਰਾਜ ਜੀਆਂ ਦੇ ਗੁਰੂ ਸਾਹਿਬ ਜੀ ਨੇ ਆਪ ਦਰਸ਼ਨ ਕੀਤੇ, ਬਾਲਕ ਨੂੰ ਚੁੱਕਿਆ, ਪਿਆਰ ਕੀਤਾ। ਕਹਿੰਦੇ ਹਨ ਪਹਿਲਾਂ ਉਹਨਾਂ ਦਾ ਮਸਤਕ ਚੁੰਮਿਆ ਤੇ ਫਿਰ ਉਹਨਾਂ ਦੇ ਪੈਰਾਂ ਤੇ ਮੱਥਾ ਵੀ ਲਾਇਆ। ਆਖੋ ਸਤਨਾਮ। ਉਹ ਸਿੱਖਾਂ ਨੇ ਵਿਚਾਰ ਕੀਤੀ, ਮਹਾਰਾਜ ਤੁਸੀਂ ਬਾਲਕ ਦੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਨੇ ਉਸ ਤੋਂ ਸਪਸ਼ਟ ਕਰ ਦਿੱਤਾ ਸੀ ਕਿ ਬਾਕੀ ਗੁਰੂਆਂ ਨੇ ਆਪਣੇ ਸਮੇਂ ਦੇ ਰਹਿੰਦੇ ਮੁਤਾਬਕ ਗੁਰਗੱਦੀ ਦਿੱਤੀ ਹੈ। ਕੋਈ ਸਮਾਂ ਆਏਗਾ ਜਦੋਂ ਇਸ ਨੇ ਗੁਰੂ ਨਾਨਕ ਦੀ ਜੋਤ ਦਾ ਵਾਰਸ ਬਣਨਾ ਹੈ, ਪਰੰਤੂ ਉਹ ਸਮਾਂ ਇਦਾਂ ਦਾ ਹੋਵੇਗਾ ਕਿ ਉਸ ਸਮੇਂ ਗੁਰੂ ਆਪ ਮੌਜੂਦ ਨਹੀਂ ਹੋਣਗੇ ਉਸ ਤੋਂ ਪਹਿਲੇ, ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਿੱਲੀ ਦੇ ਵਿੱਚ ਉਹਨਾਂ ਨੇ ਕੇਵਲ ਸਿੱਖਾਂ ਨੂੰ ਦੇਖ ਕੇ ਭੇਜਿਆ। ਬਾਬਾ ਬਸੇ ਗ੍ਰਾਮ ਬਕਾਲੇ, ਆਪ ਨਹੀਂ ਸੀ ਪਹੁੰਚੇ। ਉਹ ਪਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤ ਉਹੀ ਸੀ। ਤੇ ਗੁਰੂ ਪਿਆਰੀ ਸਾਧ ਸੰਗਤ ਕਹਿਣੇ ਇਸ ਕਰਕੇ ਉਹ ਕਾਰਜ ਹੁਣੇ ਹੀ ਕਰ ਚੱਲੇ। ਆਖੋ ਸਤਨਾਮ। ਬਚਪਨ ਵਿੱਚ ਜਦੋਂ ਪੈਦਾ ਹੀ ਹੋਏ ਸਨ। ਦੇਖੋ ਕੈਸੇ ਸਾਡੀਆਂ ਇਤਿਹਾਸਕ ਘਟਨਾਵਾਂ ਨੇ ਔਰ ਕੈਸੇ ਗੁਰੂਆਂ ਦੀਆਂ ਬਖਸ਼ਿਸ਼ਾਂ ਹਨ। ਫਿਰ ਬਾਬੇ ਬਕਾਲੇ ਦੀ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੁੱਜਦੇ ਨੇ ਇੱਥੇ ਭੋਰਾ ਸਾਹਿਬ। ਤੇ ਹੁਣ ਤੁਸੀਂ ਜਿੰਨੇ ਵੀ ਜਾ ਕੇ ਗੁਰਾਂ ਦੇ ਦਰਸ਼ਨ ਕਰੋਗੇ ਨਾ, ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਿਲੇਟਡ ਗੁਰੂ ਘਰ ਨੇ ਉਹਨਾਂ ਦੇ ਵਿੱਚ ਭੋਰਾ ਲਾਜ਼ਮੀ ਬਣਿਆ ਹੋਇਆ, ਤੁਸੀਂ ਦੇਖੋਗੇ ਜਾ ਕੇ।
ਧਰਤੀ ਤੋਂ ਨੀਵੇਂ ਪੱਟ ਕੇ ਧਰਤੀ ਉਹਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਭਗਤੀ ਕਰਨੀ, ਸਿਮਰਨ ਕਰਨੀ, ਕੋਈ ਤਰੀਕਾ ਸੀ। ਤੇ ਤੋ ਨੂਰ ਅਰਗੇ ਜਦੋਂ ਤੁਸੀਂ ਇਤਿਹਾਸ ਦੇਖੋ, ਕੇਵਲ ਆਪਣੇ ਸਿੱਖਾਂ ਦੇ ਇਤਿਹਾਸ ਦੀ ਨਹੀਂ ਗੱਲ, ਰਿਸ਼ੀ ਮੁਨੀ ਮੁਸਲਮਾਨ ਪੈਗੰਬਰ ਹੋਏ ਨੇ, ਉਹ ਦੇਖੋਗੇ ਜਾਂ ਪਹਾੜਾਂ ਦੇ ਉੱਪਰ ਤੇ ਜਾਂ ਇਸ ਤਰ੍ਹਾਂ ਭੋਰਿਆਂ ਦੇ ਵਿੱਚ, ਕਿਉਂਕਿ ਦੁਨੀਆ ਤੋਂ ਥੋੜਾ ਨਿਰਲੇਪ ਰਹਿ ਕੇ ਤੇ ਗੁਰੂ ਪਿਆਰੀ ਸਾਧ ਸੰਗਤ ਉਹਦੇ ਵਿੱਚ ਪ੍ਰਮਾਤਮਾ ਦੀ ਭਗਤੀ ਕਰਨੀ। ਰਹੋ ਵਿਚਾਰ ਤੇ ਭਗਤੀ ਮਹਾਰਾਜ ਨੇ ਇੱਥੇ ਕੀਤੀ ਤੇ ਇੱਥੇ ਬਾਹਰ ਮਹਾਰਾਜ ਨੇ ਘੋੜੀ ਰੱਖੀ ਹੋਈ ਸੀ, ਇੱਥੋਂ ਹੀ ਬਾਹਰ ਪ੍ਰਚਾਰ ਕਰਨ ਵੀ ਜਾਇਆ ਕਰਦੇ, ਹੋਰ ਕਾਰੋਬਾਰ ਵੀ ਕਰਦੇ, ਪਰੰਤੂ ਆ ਕੇ ਉਹਦੇ ਵਿੱਚ। ਤੇ ਹੁਣ ਤੁਸੀਂ ਇਹ ਦੇਖੋ ਵੀ ਮਾਤਾ ਗੁਜਰੀ ਤੋਂ ਆਪਾਂ ਮਾਤਾਵਾਂ ਭੈਣਾਂ ਨੇ ਸੇਧ ਲੈਣੀ ਹੈ ਬਈ ਉਹਨਾਂ ਦੇ ਕਿੰਨੀ ਵੱਡੀ ਭਗਤੀ ਸੀ। ਆਪਣੇ ਪਤੀ ਪਰਮੇਸ਼ਰ ਦਰਬਾਰ ਦੇ ਭੋਰੇ ਦੇ ਬਾਹਰ ਖੜ ਕੇ ਪਹਿਰਾ ਦੇਣਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਕਿੱਡੀ ਭਗਤੀ ਸੀ। ਤੇ ਗੁਰੂ ਪਿਆਰੀ ਸਾਧ ਸੰਗਤ ਮਾਤਾ ਨਾਨਕੀ, ਇੱਥੇ ਹੀ ਸਮਾਂ ਬਣਿਆ ਜਦੋਂ ਮੱਖਣ ਸ਼ਾਹ ਲਵਾਣਾ ਅੱਲ ਇਹ ਲੂਣ ਦਾ ਵਪਾਰ ਹੋਰ ਵਪਾਰ ਕਰਦੇ ਸਨ। ਬੇੜੇ ਸਮੁੰਦਰ ਦੇ ਵਿੱਚ ਡੁੱਬਣ ਲੱਗਿਆ ਜਦੋਂ, ਮਲਾਹਾਂ ਨੇ ਸਾਰਿਆਂ ਨੇ ਆਪਣਾ ਵਾਹ ਪੇਸ਼ ਲਾਈ, ਜ਼ੋਰ ਲਾਈ, ਅੰਤ ਨੂੰ ਕਹਿ ਦਿੱਤਾ ਨਹੀਂ। ਵਿੱਚ ਹੋਰ ਵੀ ਲੋਕ ਬਹੁਤ ਸਨ ਤੇ ਗੁਰੂ ਪਿਆਰਿਓ ਅਸਮਾਨ ਵੀ ਬਹੁਤ ਸਨ ਤੇ ਕੀਮਤੀ ਸਮਾਨ ਵੀ ਸੀ। ਤੇ ਐਸਾ ਤੂਫਾਨ ਆਇਆ, ਬੇੜਾ ਡਾਵਾਂਡੋਲ ਹੋ ਗਿਆ ਤੇ ਡੁੱਬਣ ਦੇ ਕਿਨਾਰੇ ਮਲਾਹਾਂ ਨੇ ਹੱਥ ਖੜੇ ਕਰ ਦਿੱਤੇ, ਕੋਈ ਚਾਰਾ ਨਹੀਂ। ਤੇ ਸਾਰਿਆਂ ਨੇ ਆਪਣੋ ਆਪਣੀ ਇਸ਼ਟ ਨੂੰ ਧਿਆਇਆ, ਕਹਿਣ ਲੱਗੇ ਚਾਰਾ ਹੈ ਮਲਾਹ ਜੀ, ਇੱਕ ਉਹ ਮਲਾਹ ਹੈ ਦੁਨੀਆ ਦਾ ਜਿਹੜਾ ਕੇਵਲ ਇੱਥੋਂ ਦੇ ਬੇੜੇ ਪਾਰ ਨਹੀਂ ਲਾਉਂਦਾ, ਕਿਉਂਕਿ ਇਹਨਾਂ ਦੇ ਪਿਤਾ ਪੁਰਖੀ ਮੱਖਣ ਸ਼ਾਹ ਲਵਾਣਾ ਹੋਣਾ ਦੇ ਦਾਦੇ ਪੜਦਾਦੇ ਗੁਰੂ ਨਾਨਕ ਦੇ ਸੇਵਕ ਸਨ ਪਹਿਲੇ ਜਾਮੇ 'ਚ। ਤੇ ਗੁਰੂ ਪਿਆਰੀ ਸਾਧ ਸੰਗਤ ਉਹ ਇਤਿਹਾਸ ਲੰਬੇ ਨੇ, ਸਮਾਂ ਬੜਿਆ, ਕਦੇ ਉਹਦੀ ਵੀ ਵਿਚਾਰ ਕਰਾਂਗੇ। ਤੇ ਜਦੋਂ ਗੁਰੂ ਪਿਆਰੀ ਸਾਧ ਸੰਗਤ ਸ਼੍ਰੀ ਜਪਜੀ ਸਾਹਿਬ ਦਾ ਜਾਪ ਕਰਕੇ ਇੱਕ ਮਨ ਚਿੱਤ ਹੋ ਕੇ ਅਰਦਾਸ ਕੀਤੀ ਕਿ ਗੁਰੂ ਨਾਨਕ ਨਿਰੰਕਾਰ ਦੀ ਜੋਤ ਦੇ ਜਿਹੜੇ ਵਾਰਸ ਨੇ ਉਹ ਮੇਰੀ ਹੁਣ ਅਰਦਾਸ ਨੂੰ ਸੁਣ ਕੇ ਬੇੜਾ ਬੰਨੇ ਲਾਵੋ। ਮਨ ਅੰਦਰ ਅਰਦਾਸ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੇੜੇ ਪਾਰ ਲਾਏ ਅਰਦਾਸ ਸੁਣ ਕੇ। ਤੇ ਅੱਜ ਜਦੋਂ ਆਪਾਂ ਵੀ ਸ਼ਰਧਾ ਨਾ ਕਰਾਂਗੇ, ਸਾਡੇ ਵੀ ਲੋਕ ਪ੍ਰਲੋਕ ਦੇ ਬੇੜੇ ਮਹਾਰਾਜ ਪਾਰ ਲਾਉਂਦੇ ਨੇ, ਕੇਵਲ ਭਾਵਨਾ ਬਣਾਉਣੀ ਜ਼ਰੂਰੀ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਬਾਣੀ ਅੰਦਰ ਬਚਨ ਕਰ ਰਹੇ ਹਨ। ਕੋਟ ਅਗ ਕਾਟਨ ਹਾਰਾ, ਕਰੋੜਾਂ ਸਾਡੇ ਪਾਪ ਕਰਮ ਕੱਟਣ ਵਾਲੇ। ਤੇ ਇੱਥੇ ਮਹਾਰਾਜ ਜੀ ਜਦੋਂ ਬੇੜੇ ਬੰਨੇ ਲਾਏ, ਮੱਖਣ ਸ਼ਾਹ ਲਵਾਣਾ ਪੁੱਜਿਆ ਸਮੇਂ ਮੁਤਾਬਕ ਤੇ ਸਾਰਿਆਂ ਨੂੰ ਇੱਥੇ 22 ਮੰਜੀਆਂ ਡਹਿ ਗਈਆਂ ਉਸ ਸਮੇਂ, ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਤੇ ਬਚਨ ਕਰ ਦਿੱਤੇ, ਬਾਬਾ ਬਸੀ ਗ੍ਰਾਮ ਬਕਾਲੇ। ਤੇ ਗੁਰੂ ਪਿਆਰੇ ਇੱਥੇ 22 ਮੰਜੀਆਂ ਧੀਰ ਮਲੀਏ ਢਾਹ ਕੇ ਬੈਠ ਗਏ, ਮੈਂ ਗੁਰੂ ਹਾਂ, ਮੈਂ ਗੁਰੂ ਹਾਂ। ਤੇ ਗੁਰੂ ਪਿਆਰੇ ਬੜੀ ਵਿਪਤਾ ਦਾ ਸਮਾਂ ਸੀ ਉਸ ਸਮੇਂ ਵੀ ਸਿੱਖ ਕੌਮ ਤੇ ਵਪਾਰੀ ਸੀ, ਰਣਨੀਤੀ ਵੀ ਆਉਂਦੀ ਸੀ, ਸਿਸਟਮ ਸਿਆਣਾ ਸੀ। ਸਾਰਿਆਂ ਮੋਹਰੇ 5 ਮੋਹਰਾਂ ਗੁਰੂ ਪਿਆਰੀ ਸਾਧ ਸੰਗਤ ਰੱਖ ਕੇ ਮੱਥੇ ਟੇਕਣੇ ਸ਼ੁਰੂ ਕਰਤੇ। ਕਿਸੇ ਨੇ 2 ਲਿਖਿਆ ਇਤਿਹਾਸ। ਰਹੋ ਵਿਚਾਰ ਗੁਰੂ ਪਿਆਰੀ ਸਾਧ ਸੰਗਤ। ਫਿਰ ਸਾਰੇ ਬੜੇ ਖੁਸ਼ ਹੋਏ ਲੈ ਕੇ। ਫਿਰ ਪੁੱਛਿਆ ਕਿਸੇ ਕੋ ਕੋਈ ਹੋਰ ਵੀ? ਕਹਿੰਦੇ ਹਾਂ, ਇੱਕ ਤੀਗਾ ਨਾਮ ਦੇ ਹੋਰ
ਭੋਰੇ ਵਿੱਚ ਰਹਿੰਦੇ ਸਿਮਰਨ ਕਰਦੇ। ਕਹਿੰਦੇ ਦੀਦਾਰ ਪੁੱਜੇ, ਉੱਥੇ ਦੀਦਾਰ ਕੀਤੇ, ਨਮਸਕਾਰ ਕੀਤੀ ਤੇ 5 ਮੋਹਰਾਂ ਰੱਖ ਕੇ ਨਮਸਕਾਰ ਜਦੋਂ ਕੀਤੀ, ਮਹਾਰਾਜ ਦੇ ਮੋਢੇ ਤੋਂ ਚਾਦਰ ਉਤਰੀ। ਕਹਿਣ ਲੱਗੇ ਗੁਰਮੁਖਾ ਬਚਨ ਕੀਤਾ ਸੀ ਕੀ, ਤੇ ਭੇਟਾ ਗੁਰੂ ਨੂੰ 5 ਮੋਹਰਾਂ ਕਰ ਰਹੇ 500 ਮੋਹਰਾਂ। ਤੇ ਗੁਰੂ ਪਿਆਰੀ ਸਾਧ ਸੰਗਤ ਮੋਢੇ ਤੇ ਕਿੱਲਾਂ ਦੇ ਨਿਸ਼ਾਨ, ਤੇ ਬਸ ਫੇਰ ਕਿਸੇ ਚਰਨਾਂ ਤੇ ਢਹਿ ਪਿਆ। ਤੇ ਗੁਰੂ ਪਿਆਰੀ ਸਾਧ ਸੰਗਤ ਸੱਚ ਦਾ ਦੇਖ ਰਿਹਾ ਸੀ। ਸੱਚ ਮਨ 'ਚ ਉਹਦੇ ਇਹੀ ਸੀ ਵੀ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਆਪ ਬਚਨ ਕਰੇਗਾ, ਆਪ ਐਸਾ ਸਮਾਂ ਬਣੇਗਾ। ਤੇ ਗੁਰੂ ਪਿਆਰਿਓ ਮਹਾਰਾਜ ਨੇ ਕਿਹਾ ਰੌਲਾ ਨਹੀਂ ਪਾਉਣਾ, ਜੇ ਸਮਾਂ ਨਹੀਂ। ਤੇ ਕਿਉਂਕਿ ਬਚਨ ਕੀਤਾ ਹੋਇਆ ਸੀ ਜਿਹੜਾ ਗੁਰੂ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਹੋਵੇਗਾ। ਤੇ ਪਰ ਦੁਬਦਾ ਵਿੱਚ ਪਈ ਹੋਈ ਸੰਗਤ ਨੂੰ ਮੱਖਣ ਸ਼ਾਲਵਾਣਾ ਜੀਆਂ ਨੇ ਆਪੇ ਗੁਰੂ ਦਾ ਬਚਨ ਵੀ ਮੰਨ ਲਿਆ, ਕਾਲਖ ਵੀ ਮੰਨ ਲਈ ਤਵੇ ਤੋਂ ਲੈ ਕੇ, ਤੇ ਕੋਠੇ ਤੇ ਚੜ੍ਹ ਕੇ ਪੱਲੂ ਫੇਰ ਕੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਤੇ ਗੁਰੂ ਪਿਆਰੇ ਢੰਡੋਰਾ ਪਿੱਟਿਆ। ਫਿਰ ਇੱਥੇ ਪੁੱਜੇ ਤੇ ਗੁਰੂ ਦੇ ਹੁਕਮ ਦੇ ਨਾਲ ਗੁਰੂ ਜੀ ਨੂੰ ਪ੍ਰਗਟ ਕੀਤਾ। ਸਮਾਂ ਚੱਲਦਾ ਗਿਆ ਤੇ ਗੁਰੂ ਪਿਆਰੀ ਸਾਧ ਸੰਗਤ ਇੱਥੋਂ ਫਿਰ ਜਦੋਂ ਇੱਥੇ ਬੜਾ ਵਿਰੋਧ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ, ਧੀਰ ਮੱਲੀਆਂ ਨੇ, ਤੇ ਇਹਨਾਂ ਦਾ ਸ਼ੀਹਾਂ ਮਸੰਦ ਸੀ। ਗੁਰੂ ਸਾਹਿਬ ਤੇ ਗੋਲੀ ਚਲਾਈ ਗਈ ਪਰ ਗੋਲੀ ਲੱਗੀ ਨਹੀਂ। ਮੱਖਣ ਸ਼ਾਲਵਾਣੇ ਨੂੰ ਪਤਾ ਲੱਗਾ, ਇਹਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਇਆ, ਕਿਉਂਕਿ 500 ਨਾਲ ਇਹਦੇ ਜਵਾਨ ਸਨ। ਬੜਾ ਤਕੜਾ ਵਪਾਰੀ ਸੀ। ਮੁਸ਼ਕਾਂ ਬੰਨ੍ਹ ਕੇ ਲਿਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਸੱਟਿਆ, ਤੇ ਨਾਲੇ ਸਾਰਾ ਮਾਲ ਅਸਬਾਬ ਲੁੱਟ ਲਿਆ ਸੀ ਇਹਨਾਂ ਨੇ। ਤੇ ਗੁਰੂ ਸਾਹਿਬ ਜੀ ਦੇਖੋ ਪਰਉਪਕਾਰ ਦੀ ਮੂਰਤ, ਕਹਿੰਦੇ ਸਭ ਕੁਛ ਦੇ ਦਿਓ ਇਹਨਾਂ ਨੂੰ, ਇਹ ਮਾਇਆ ਧਨ ਪਦਾਰਥ ਦੌਲਤ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਇਹਨਾਂ ਨੂੰ ਦੇ ਦਿਓ। ਤੇ ਕੀ ਕਿਹਾ ਮਹਾਰਾਜ ਦੱਸੋ, ਇਸ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ, ਗੋਲੀ ਮਾਰ ਦੇ ਦਿੱਤੀ ਜਾਵੇ। ਬਹੁਤ ਗੁੱਸਾ ਆਇਆ ਮੱਖਣ ਸ਼ਾਲਵਾਣੇ ਨੂੰ। ਐਸਾ ਗੁਰੂ ਜਿਹੜਾ ਸੰਸਾਰ ਦੇ ਬੇੜੇ ਪਾਰ ਲਾਉਂਦਾ ਹੈ, ਕੇਵਲ ਇਹ ਦੁਨਿਆਵੀ ਬੇੜੇ ਨਹੀਂ, ਸਾਡੇ ਪਰਮਾਰਥ ਦਾ ਬੇੜਾ। ਤੇ ਗੁਰੂ ਪਿਆਰੀ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਨਹੀਂ ਸ਼ਾਂਤ। ਫਿਰ ਮਹਾਰਾਜ ਨੇ ਕੀ ਕਿਹਾ, ਖੋਲ ਦਿਓ ਇਹਨੂੰ, ਮਾਫ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਬਖਸ਼ਿੰਦ ਸਤਿਗੁਰ ਜੀ। ਇੱਥੋਂ ਫਿਰ ਮਹਾਰਾਜ ਜੀ ਪਟਨਾ ਸਾਹਿਬ ਸ਼ਹਿਰ ਗਏ ਤੇ ਗੁਰੂ ਪਿਆਰਿਓ ਪ੍ਰਯਾਗ ਰਾਗ ਤੇ ਜਾ ਕੇ ਅਖੰਡ ਜਾਪ ਤੇ ਤਹੀਂ ਪ੍ਰਕਾਸ਼, ਉੱਥੇ ਪ੍ਰਕਾਸ਼। ਤੇ ਫਿਰ ਅਸਾਮ ਨੂੰ ਗਏ ਪ੍ਰਚਾਰਕ ਦੌਰੇ, ਅਨੰਦਪੁਰ ਸਾਹਿਬ ਪੁੱਜਦੇ ਨੇ। ਇੱਥੇ ਕਸ਼ਮੀਰੀ ਪੰਡਤ ਆਉਂਦੇ ਨੇ। ਦੁਖੀ ਬਿਪਰ ਚੱਲ ਕੇ ਆਏ ਪੁਰੀ ਆਨੰਦ, ਬਾਹ ਹਮਾਰੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ। ਇਹ ਅਰਦਾਸ ਉਹਨਾਂ ਨੇ ਕੀਤੀ ਸੀ। ਦੁਖੀ ਬਿਪਰ, ਬਿਪਰ ਮੀਨਸ ਬ੍ਰਾਹਮਣ, ਦੁਖੀ ਹੋ ਕੇ ਔਰੰਗਜ਼ੇਬ ਤੋਂ ਪੁੱਜੇ ਸਨ। ਤੇ ਗੁਰੂ ਪਿਆਰੀ ਸਾਧ ਸੰਗਤ ਉਹਨਾਂ ਨੇ ਆ ਕੇ ਫਰਿਆਦ ਕੀਤੀ, ਬਾਹ ਹਮਾਰੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਗੁਰੂ ਨਾਨਕ ਦੀ 9ਵੀਂ ਜੋਤ ਦੇ ਵਾਰਸ, ਜੋ ਸਾਨੂੰ ਭਵਿੱਖ ਬਾਣੀ ਹੋਈ ਹੈ, ਪ੍ਰਮਾਤਮਾ ਵੱਲੋਂ ਹੁਕਮ ਹੋਇਆ ਹੈ ਕਿ ਤੁਹਾਡੀ ਬਾਂਹ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਦਰ ਹੈ, ਦਰ ਆਇਆਂ ਨੂੰ ਗਲ ਨਾਲ ਲਾਉਣਾ। ਇਹ ਬਿਰਧ ਸੁਆਮੀ ਦਾ, ਤੇ ਕਿਰਪਾ ਕਰਕੇ ਸਾਡੇ ਤਿਲਕ ਜੰਜੂ ਦੀ ਰਾਖੀ ਕਰੋ। ਫਿਰ ਗੁਰੂ ਪਿਆਰੀ ਸਾਧ ਸੰਗਤ ਮਹਾਰਾਜ ਨੇ ਉਹ ਕੇਸਰ ਦਾ, ਹਲਦੀ ਦਾ ਬਣਿਆ ਹੋਇਆ ਤਿਲਕ ਇਹਨਾਂ ਦਾ ਖਤਮ ਕਰ ਰਿਹਾ ਸੀ, ਸੂਤ ਦਾ ਬਣਿਆ ਹੋਇਆ ਜਨੇਊ ਖਤਮ ਕਰ ਰਿਹਾ ਸੀ। ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਆਪਣੇ ਖੂਨ ਦਾ ਤਿਲਕ ਇਹਨਾਂ ਨੂੰ ਦਿੱਤਾ, ਆਪਣੀਆਂ ਆਂਦਰਾਂ ਦਾ ਜਨੇਊ ਬਖਸ਼ਿਆ। ਤੇ ਗੁਰੂ ਪਿਆਰੀ ਸਾਧ ਸੰਗਤ ਕਿਰਪਾ ਰਾਮ ਬ੍ਰਹਮ, ਉਹ ਕਿਰਤ ਘਣ ਨਹੀਂ ਹੋਇਆ, ਬਾਕੀ ਤਾਂ ਹੋ ਗਏ, ਅੱਜ ਵੀ ਬੜੇ ਨੇ। ਤੇ ਗੁਰੂ ਪਿਆਰੀ ਸਾਧ ਸੰਗਤ ਤੋਂ ਅੰਮ੍ਰਿਤ ਛਕ ਕੇ ਕਿਰਪਾਲ ਸਿੰਘ ਬਣਿਆ ਤੇ ਚਮਕੌਰ ਦੀ ਜੰਗ ਵਿੱਚ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਉਹ ਕਹਿਣ ਲੱਗਾ ਇਸੇ ਧਰਮ ਤੋਂ ਕਰਨਾ ਕੀ ਜਿਹਦੇ ਵਿੱਚ ਰਾਜੇ ਮਹਾਰਾਜੇ ਨਹੀਂ ਬੌੜੇ, ਸਾਡੇ ਦੇਵੀ ਦੇਵਤੇ ਨਹੀਂ ਬੌੜੇ, ਜਿਹਨੇ ਸਾਡੀ ਬਾਂਹ ਫੜੀ ਹੈ। ਫਿਰ ਸਿੱਖੀ ਧਾਰਨ ਕਰਕੇ ਉਹਦੇ ਨਾਲ ਹੋਰ ਵੀ ਬ੍ਰਾਹਮਣਾਂ ਨੇ ਤੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਸੇਵਕ ਬਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਇਹ ਹੈ ਗੁਰੂ ਪਿਆਰੇ। ਹੁਣ ਆਪਾਂ 2 ਦਿਨ ਦੀਵਾਨ ਲਾਉਣੇ ਨੇ, ਫਰਾਈਡੇ ਤੇ ਸੈਚਰਡੇ ਸ਼ਾਮ ਨੂੰ, ਤੇ ਫਿਰ ਭੋਗ ਉਪਰੰਤ ਆਪਾਂ ਸਾਰੇ ਇਤਿਹਾਸ ਦੀ ਵਿਚਾਰ ਕਰਦੇ ਜਾਣਾ। ਹੁਣ ਆਪਾਂ ਸਮਾਪਤੀ ਕਰਨੀ ਹੈ ਤੇ ਸਾਰੀ ਸੰਗਤ ਉਹਨਾਂ ਦੀਵਾਨਾਂ ਦੇ ਵਿੱਚ ਵੱਧ ਚੜ੍ਹ ਕੇ ਪੁੱਜੋ, ਨਾਲ ਹੋਰਨਾਂ ਨੂੰ ਲੈ ਕੇ ਆਓ ਤਾਂ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਸਕੀਏ।
ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ। ਭਾਈ ਮਤੀ ਦਾਸ ਜੀਆਂ ਨੂੰ ਆਰੇ ਦੇ ਨਾਲ ਦਫਾੜ ਕਰਕੇ ਇਹ 10 ਨਵੰਬਰ ਹੈ ਤਰੀਕ ਜਿਹੜੀ ਹੈ, ਉਸ ਸਮੇਂ 10 ਨਵੰਬਰ 1675 ਤੇ 11 ਨਵੰਬਰ ਦੂਜੇ ਦਿਨ ਗੁਰੂ ਪਿਆਰੀ ਸਾਧ ਸੰਗਤ ਜੀ 11 ਨਵੰਬਰ 1675 ਨੂੰ ਦੁਪਹਿਰ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਹੁਣ ਆਪਾਂ ਸਮਾਪਤੀ ਵਾਲੇ ਪਾਸੇ ਜਾਣਾ, ਕਿਉਂਕਿ ਜਿਹੜੇ ਰੰਗੇ ਹੋਏ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ, ਜੋ आशिक हैं शहादत के वो जीना छोड़ देते हैं, खिलौना समझ कर जिस्म को खुशी से फोड़ देते हैं, ना तख्तों ताज ना हूरों की हुशरत है, खुदा भी खुदाई दे तो मोड़ देते हैं। ਜਿਹੜੇ ਆਸ਼ਿਕ ਹੁੰਦੇ ਨੇ ਸ਼ਹਾਦਤਾਂ ਦੇ ਨਾ, ਉਹਨਾਂ ਨੂੰ ਖੁਦਾ ਕਵੇ ਮੇਰੀ ਖੁਦਾਈ ਲੈ ਲਓ ਮੇਰੀ ਥਾਂ ਤੇ, ਉਹ ਵੀ ਮੋੜ ਦਿੰਦੇ ਨੇ। ਗੁਰੂ ਪਿਆਰੀ ਸਾਧ ਸੰਗਤ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਬਚਨ ਹੋਏ ਸਨ, ਆਪ ਉਹਨਾਂ ਕੋਲੋਂ ਸੁਣਨਾ ਚਾਹੁੰਦੇ ਸਨ। ਜਦੋਂ ਦੁਖੀ ਬ੍ਰਾਹਮਣ ਇੱਥੇ ਆਏ ਤਾਂ ਗੁਰੂ ਪਿਆਰੀ ਸਾਧ ਸੰਗਤ ਚਿਤ ਚਰਨ ਕਮਲ ਸੰਗ ਜੋੜੀਐ, ਚਿਤ ਚਰਨ ਕਮਲ ਸੰਗ ਜੋੜੀਐ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਸੋ ਮਹਾਰਾਜ ਨੇ ਸ਼ਹਾਦਤਾਂ ਦਾ ਜਾਮ ਪੀਤਾ। ਇਹ ਸਾਰੀ ਵਿਚਾਰ ਆਪਾਂ ਇਸ ਤਰ੍ਹਾਂ ਰੂਟੀਨ ਨਾਲ ਕਰਦੇ ਜਾਵਾਂਗੇ। ਤੇ ਗੁਰੂ ਪਿਆਰੀ ਸਾਧ ਸੰਗਤ, ਆਓ ਬੜੇ ਪਿਆਰ ਨਾਲ ਸ਼ਬਦ ਦੀ ਸਮਾਪਤੀ ਕਰਕੇ ਨਾਮ ਸਾਹਿਬ ਆਪਾਂ ਜਾਪ ਕਰੀਏ। ਆਓ ਸਾਰੇ ਰਲ ਕੇ ਪੜੋ ਜਰਾ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਾਣੀ ਰੋਜ਼ ਆਪਾਂ ਪੜ੍ਹਦੇ ਹਾਂ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਘਰ ਨੋ ਨਿਤ ਆਵੇ ਤਾਏ, ਘਰ ਨੋ ਨਿਤ ਆਵੇ ਤਾਏ, ਸਭ ਥਾਈ ਹੋਏ ਸਹਾਏ, ਤਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਪ੍ਰਿਥਮ ਭਗਉਤੀ ਸਿਮਰ ਕੈ, ਪ੍ਰਿਥਮ ਭਗਉਤੀ ਸਿਮਰ ਕੈ। ਗੁਰ ਨਾਨਕ ਨਹੀਂ ਧਿਆਏ, ਗੁਰ ਨਾਨਕ ਨਹੀਂ ਧਿਆਏ। ਫਿਰ ਅੰਗਦ ਤੇ ਗੁਰ ਅਮਰਦਾਸ, ਅੰਗਦ ਤੇ ਗੁਰ ਅਮਰਦਾਸ। ਰਾਮਦਾਸੈ ਹੋਏ ਸਹਾਏ, ਰਾਮਦਾਸੈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ,
ਸਿਮਰਿਐ। ਘਰ ਨੋ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਤੇਗ ਬਹਾਦਰ ਸਿਮਰਿਐ। ਘਰ ਨੋ ਨਿਧ ਆਵੇ ਧਾਏ, ਸਭ ਆਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ।